ये साडी अचीवमेंट है कि साडी लीडरशिप ने एडा वधिया जिहड़ा अचीवमेंट कीता। साथियों ये एक होर मैं गल ऐड करना चाहना कि असीं JIB CIB के पेपर पास करके इंक्रीमेंटां लैंदे सी पर साडे सब स्टाफ साथियों को नहीं सी मिलती। लेकिन अज इस बाईपार्टाइट दे विच वो भी एक अचीवमेंट की गई। जे कोई साडा सब स्टाफ का साथी JIB का पेपर पास करेगा उन्होंने एक इंक्रीमेंट, CIB करेगा जो 2 इंक्रीमेंटा हो दित्तियां जाणगीआं। साथियों बहुत अचीवमेंट है। जे तुसीं जदों रियल दे विच तुहानूं एरियर पे हो गया तुसीं ਅਸੀਂ ਇਸ ਟਾਈਮ ਖੜੇ ਹਾਂ ਅੰਮ੍ਰਿਤਸਰ ਦੇ ਭੰਡਾਰੀ ਬ੍ਰਿਜ ਦੇ ਉੱਤੇ ਤੇ ਤੁਹਾਨੂੰ ਕੁਝ ਤਸਵੀਰਾਂ ਅਸੀਂ ਦਿਖਾਵਾਂਗੇ ਜਿੱਥੇ ਕਿ ਸਰਕਾਰੀ ਬੈਂਕ ਦੇ ਮੁਲਾਜ਼ਮ ਜਿਹੜੇ ਨੇ ਸੜਕਾਂ ਤੇ ਉਤਰ ਆਏ ਨੇ। ਉਹਨਾਂ ਦੀਆਂ ਕੁਝ ਮੰਗਾਂ ਨੇ ਸਰਕਾਰ ਦੇ ਕੋਲੋਂ ਜੋ ਕਿ ਪੂਰੀਆਂ ਨਹੀਂ ਹੋ ਰਹੀਆਂ, ਜਿਸ ਨੂੰ ਲੈ ਕੇ ਅੱਜ ਵੱਡੇ ਪੱਧਰ ਦੇ ਉੱਤੇ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੱਥਾਂ ਦੇ ਵਿੱਚ ਬੈਨਰ ਜਿਹੜੇ ਨੇ ਫੜੇ ਹੋਏ ਨੇ ਤਾਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਆਖਿਰਕਾਰ ਵਜ੍ਹਾ ਕੀ ਹੈ, ਕੀ ਹੈ ਉਹ ਮੰਗਾਂ, ਅਸੀਂ ਜਾਣ ਲੈਂਦੇ ਹਾਂ। ਸਾਡੇ ਨਾਲ ਇਸ ਸਮੇਂ ਮੁਲਾਜ਼ਮ ਜਿਹੜੇ ਨੇ ਬੈਂਕ ਦੇ ਉਹ ਮੌਜੂਦ ਨੇ। ਤਾਂ ਕੀ ਨਾਮ ਹੈ ਸਰ ਆਪਣਾ? ਕੀ ਨਾਮ? हाँ मेरा नाम सुरेश भाटिया जी। मैं पंजाब बैंक इंपलाइज फेडरेशन का जॉइंट सैकटरी हाँ और सेंट्रल बैंक ऑफ इंडिया इंपलाइज यूनियन का प्रेजिडेंट हाँ पंजाब का। ਤਾਂ ਸਰ ਆਖਿਰਕਾਰ ਵਜ੍ਹਾ ਕੀ ਹੈ, ਕਿਉਂ ਐਡੇ ਵੱਡੇ ਪੱਧਰ ਦੇ ਉੱਤੇ ਅੱਜ ਭੰਡਾਰੀ ਬ੍ਰਿਜ ਦੇ ਉੱਤੇ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਪੈ ਰਹੀ ਹੈ? साडियां कुछ मंगां ਜਿਹੜੀਆਂ ਸਰਕਾਰ ਲਗਾਤਾਰ ਡਿਨਾਈ ਕਰ ਰਹੀ ਹੈ। ਅੱਜ ਮੁੱਖ ਤੌਰ ਤੇ ਅਸੀਂ ਜਿਹੜਾ ਹਿੰਦੁਸਤਾਨ ਦੀਆਂ ਜਿਹੜੀਆਂ ਸੈਂਟਰਲ ਟ੍ਰੇਡ ਯੂਨੀਅਨ ਹੈ ਉਹਨਾਂ ਦੇ ਮੁੱਦਿਆਂ ਨੂੰ ਸਮਰਥਨ ਦਿੰਦਿਆਂ ਹੋਇਆਂ ਹੜਤਾਲ ਦੇ ਵਿੱਚ ਹਿੱਸਾ ਲੈ ਰਹੇ ਹਾਂ। ਔਰ ਇਹਦੇ ਨਾਲ ਹੀ ਸਾਡੇ ਆਪਣੇ ਬੈਂਕਿੰਗ ਇੰਡਸਟਰੀ ਦੇ ਜਿਹੜੇ ਮੁੱਦੇ ਨੇ ਉਹਨਾਂ 'ਚ ਪ੍ਰਮੁੱਖ ਤੌਰ ਤੇ ਬੈਂਕਾਂ ਦੇ ਵਿੱਚ ਰਿਕਰੂਟਮੈਂਟ ਦਾ ਮੁੱਦਾ ਹੈ। ਬੈਂਕਾਂ 'ਚ ਲਗਾਤਾਰ ਕਰਮਚਾਰੀ ਘਟ ਰਿਹਾ, ਵੈਕੈਂਸੀਆਂ ਖਾਲੀ ਪਈਆਂ ਔਰ ਸਰਕਾਰ ਭਰਤੀ ਨਹੀਂ ਕਰ ਰਹੀ ਹੈ। ਉਹ ਸਾਡੀ ਡਿਮਾਂਡ ਹੈ ਕਿ ਬੈਂਕਾਂ ਦੇ ਵਿੱਚ ਔਰ ਯੂਥ ਸਾਡਾ ਪੜ੍ਹਿਆ ਲਿਖਿਆ ਸੜਕਾਂ 'ਤੇ ਫਿਰ ਰਿਹਾ, ਉਹਨੂੰ ਇੰਪਲੋਇਮੈਂਟ ਦੀ ਲੋੜ ਹੈ ਔਰ ਬੈਂਕਾਂ 'ਚ ਵੈਕੈਂਸੀਆਂ ਖਾਲੀ ਹੈ। ਅਸੀਂ ਸਰਕਾਰ ਕੋਲੋਂ ਡਿਮਾਂਡ ਕਰਦੇ ਹਾਂ ਕਿ ਇਹ ਵੈਕੈਂਸੀਆਂ ਭਰੀਆਂ ਜਾਣ, ਇੰਪਲੋਇਮੈਂਟ ਦਿੱਤੀ ਜਾਏ। ਸਿਰਫ ਜਿਹੜੀ ਇੰਪਲੋਇਮੈਂਟ ਦੀ ਗੱਲ ਆ ਰਹੀ ਹੈ ਜਾਂ ਵੈਕੈਂਸੀਜ਼ ਦੀ ਗੱਲ ਆ ਰਹੀ ਹੈ, ਸਿਰਫ ਉਸ ਦੇ ਕਰਕੇ ਹੀ ਇਹ ਪ੍ਰੋਟੈਸਟ ਚੱਲ ਰਿਹਾ? ਇਹਦੇ ਸਾਡਾ ਵਨ ਆਫ ਦੀ ਇਸ਼ੂ ਹੈ। ਸਾਡੇ ਹੋਰ ਵੀ ਇਸ਼ੂ ਹੈ ਬੈਂਕਾਂ। ਤੁਸੀਂ ਕਲੀਅਰ ਕਰੋ ਨਾ, ਮੈਂ ਤੁਹਾਨੂੰ ਇਸ਼ੂਜ਼ ਹੀ ਪੁੱਛ ਰਿਹਾ, ਤੁਹਾਡੇ ਇਸ਼ੂਜ਼ ਕੀ ਨੇ? ਹਾਂ, ਸਾਡਾ ਜਿਹੜਾ ਮੁੱਖ ਤੌਰ ਤੇ ਪ੍ਰਾਈਵੇਟਾਈਜੇਸ਼ਨ ਜਿਹੜਾ ਸਰਕਾਰ ਦਾ ਮੁੱਦਾ ਹੈਗਾ ਉਹਦੇ ਅਸੀਂ ਅਗੇਂਸਟ ਆ। ਬੈਂਕਾਂ ਦੇ ਵਿੱਚ ਜਿਹੜੇ ਲੋਨ ਹੈ ਕਾਰਪੋਰੇਟ ਹਾਊਸਿਸ ਜਿਹੜੇ ਆ ਉਹ ਵਾਪਸ ਨਹੀਂ ਕਰ ਰਹੇ, ਜਿਹਦੇ ਕਰਕੇ ਸਰਕਾਰ ਇਹ ਪ੍ਰੋਪੇਗੰਡਾ ਕਰਦੀ ਕਿ ਬੈਂਕਾਂ ਦੀ ਹਾਲਤ ਖਰਾਬ ਹੈ, ਉਹਨਾਂ ਦੇ ਕਾਰਪੋਰੇਟ ਦੇ ਕੋਲੋਂ ਰਿਕਵਰੀ ਕੀਤੀ ਜਾਏ। ਔਰ ਜਿਹੜੇ ਬੰਦੇ ਵਿਲਫੁਲ ਡਿਫਾਲਟਰ ਨੇ ਉਹਨਾਂ ਦੇ ਅਗੇਂਸਟ ਸਟਰਨ ਐਕਸ਼ਨ ਲਿੱਤਾ ਰਹੇ, ਉਹਨੂੰ ਕ੍ਰਿਮੀਨਲ ਡਿਫਾਲਟਰ ਘੋਸ਼ਿਤ ਕੀਤਾ ਜਾਏ ਔਰ ਉਹਨਾਂ ਦੇ ਅਗੇਂਸਟ ਕਾਰਵਾਈ ਕੀਤੀ। ਉਹ ਤਾਂ ਬੈਂਕ ਵੀ ਤਾਂ ਸਟ੍ਰਿਕਟਲੀ ਐਕਸ਼ਨ ਲੈ ਹੀ ਸਕਦਾ ਨਾ, ਜਿਹੜੇ ਨਹੀਂ ਕਾਰਪੋਰੇਟ ਘਰਾਣੇ ਜਿਹੜੇ ਵਾਪਸ ਕਰ ਰਹੇ। ਜੇ ਤੁਸੀਂ ਦੇਖੋ ਬੈਂਕਾਂ ਦੇ ਵਿੱਚ ਜਿਹੜੇ ਕਾਰਪੋਰੇਟ ਹਾਊਸਿਸ ਆ ਜਿਹੜੇ 25-25 ਹਜ਼ਾਰ ਕਰੋੜ 50-50 ਹਜ਼ਾਰ ਕਰੋੜ ਲੱਖਾਂ ਕਰੋੜਾਂ ਦੇ ਵਿੱਚ ਜਿਨ੍ਹਾਂ ਨੇ ਦੇਣਾ, ਉਹਨਾਂ ਦੀ ਜਿਹੜੇ ਉਹਨਾਂ ਦੇ ਵਿੱਚ ਉਹਨਾਂ ਦੀ ਪਹੁੰਚ ਬੜੀ ਦੂਰ ਤੱਕ ਹੁੰਦੀ ਹੈ। ਛੋਟੇ ਮੁੱਦਿਆਂ ਦੇ ਵਿੱਚ ਛੋਟੇ ਬਾਰੋਵਰ ਨੂੰ ਬੈਂਕ ਐਕਸ਼ਨ ਲੈਂਦਾ, ਬ੍ਰਾਂਚ ਮੈਨੇਜਰ ਅਸੀਂ ਪੋਜੈਸ਼ਨ ਲੈ ਲੈਂਦੇ ਹਾਂ। ਇਹ ਏਡੇ ਵੱਡੇ ਬਾਰੋਵਰ ਨੇ, ਇਹਨਾਂ ਨੂੰ ਪੋਲੀਟੀਕਲ ਸਮਰਥਨ ਪ੍ਰਾਪਤ ਹੈ। ਇਹਨਾਂ ਦੇ ਪੋਲੀਟੀਕਲ ਵਿਲ ਤੋਂ ਇਲਾਵਾ ਇਹਦੇ ਤੇ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਬੈਂਕ ਵੀ ਸਰਕਾਰੀ ਹੈ। ਔਰ ਅਜਿਹਾ ਹੋਇਆ ਹੈ ਕਿ ਨੋਟਿਸ ਭੇਜਿਆ ਹੋਇਆ ਜਾਂ ਕਿਸੇ ਨੇ ਅੱਗੋਂ ਨਹੀਂ ਕੀਤਾ ਹੋਇਆ? ਨਹੀਂ, ਬੜੇ ਮੁੱਦਿਆਂ ਦੇ ਵਿੱਚ ਹੋਇਆ। ਮਾਲੀਆ ਨੀਰਵ ਮੋਦੀ ਜਿਹੜੇ 12,000 ਕਰੋੜ PNB ਦੇ ਵਿੱਚ ਕਰਕੇ ਫੋਰਨ ਚਲੇ ਗਏ, ਉਹ ਤੇ ਸਰਕਾਰ ਹੀ ਲਿਆਏਗੀ ਨਾ। ਕਾਫੀ ਹਾਈ ਪ੍ਰੋਫਾਈਲ ਕੇਸ ਲੈ ਕੇ ਹਾਈ ਪ੍ਰੋਫਾਈਲ ਜਿਹੜੇ ਕਾਰਪੋਰੇਟ ਹਾਊਸਿਸ ਤੋਂ ਸਾਡਾ ਮਤਲਬ ਹਾਈ ਪ੍ਰੋਫਾਈਲ ਹੈ ਕਿ ਜਿਹੜੇ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਦੌੜੇ ਹੋਏ ਆ ਔਰ ਲਗਾਤਾਰ ਸਰਕਾਰ ਉਹਨਾਂ ਨੂੰ ਸਮਰਥਨ ਦੇ ਰਹੀ ਆ, ਉਹਨਾਂ ਨੂੰ ਵਾਪਸ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੀ। ਉਹਨਾਂ ਕੋਲ ਪੈਸੇ ਨਹੀਂ, ਕੋਈ ਉਹਨਾਂ ਕੋਲ ਐਸੈਟਸ ਵੀ ਹੈ, ਉਹਨਾਂ ਨੂੰ ਰਿਲਾਈਜ਼ ਕੀਤਾ ਜਾ ਸਕਦਾ, ਲੇਕਿਨ ਸਰਕਾਰ ਉਹਦੇ ਵਾਸਤੇ ਕੋਈ ਐਫਰਟਸ ਨਹੀਂ ਕਰਦੀ। ਉਹਨਾਂ ਨੂੰ ਸ਼ੈਲਟਰ ਦਿੰਦੀ ਹੈ, ਜਿਹਦੇ ਕਰਕੇ ਬੈਂਕਾਂ ਦੀ ਜਿਹੜੀ ਆ ਹਾਲਤ ਉਹ ਖਰਾਬ ਹੋ ਰਹੀ ਹੈ ਔਰ ਉਸੇ ਪ੍ਰੋਪੇਗੰਡੇ ਨੂੰ ਲੈ ਕੇ ਬੈਂਕਾਂ ਨੂੰ ਮਰਜਰ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਸੁੱਟਿਆ ਜਾ ਰਿਹਾ। ਜਦਕਿ ਸਾਡੀ ਡਿਮਾਂਡ ਹੈ ਕਿ ਬੈਂਕਾਂ ਜਿਹੜੇ ਪਬਲਿਕ ਸੈਕਟਰ ਬੈਂਕ ਹੈ, ਜਿਹੜੇ ਸਰਕਾਰੀ ਬੈਂਕ ਹੈ, ਉਹਨਾਂ ਦਾ ਸਟੇਟਸ ਪਬਲਿਕ ਰਹਿਣਾ ਚਾਹੀਦਾ। ਤੁਸੀਂ ਇੰਪਲੋਏ ਹੋ, ਤੁਸੀਂ ਬੈਂਕ ਦੇ ਵਿੱਚ ਐਜ਼ ਏ ਕਰਮਚਾਰੀ ਦੀ ਡਿਊਟੀ ਜਿਹੜੀ ਉਹ ਨਿਭਾ ਰਹੇ ਹੋ, ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਾਰਪੋਰੇਟ ਘਰਾਣਿਆਂ ਦੀ ਉਹ ਵਾਪਸ ਨਹੀਂ ਕਰ ਰਹੇ, ਇਹ ਤਾਂ ਸਰਕਾਰ ਦਾ ਤੇ ਉਹਨਾਂ ਦਾ ਮੁੱਦਾ ਹੈ। ਇਹ ਲੈਣ ਦੇਣ ਜਿਹੜਾ ਉਹਨਾਂ ਦਾ ਬਣਿਆ ਹੋਇਆ, ਇਹ ਸਰਕਾਰ ਦੇਖੇਗੀ ਉਹਨਾਂ ਤੇ ਕੀ ਲੀਗਲ ਐਕਸ਼ਨ ਲੈਣਾ। ਨਹੀਂ ਸਾਥੀਓ, ਜਦੋਂ ਪੈਸਾ ਬੈਂਕ ਦਾ, ਪੈਸਾ ਕਿਸੇ ਸਰਕਾਰ ਦਾ ਨਹੀਂ, ਪਬਲਿਕ ਦਾ ਪੈਸਾ, ਕਿਉਂਕਿ ਬੈਂਕਾਂ ਦੇ ਦੋ ਹੀ ਕੰਮ ਹੈ, ਪਬਲਿਕ ਕੋਲੋਂ ਡਿਪੋਜ਼ਿਟ ਲੈਣਾ ਤੇ ਲੋਨ ਕਰਨਾ। ਜਦੋਂ ਅਸੀਂ ਆਮ ਜਨਤਾ ਕੋਲੋਂ ਪੈਸਾ ਲਿਆ ਹੋਇਆ ਤੇ ਐਡਵਾਂਸ ਕੀਤਾ ਹੋਇਆ ਬੈਂਕ ਨੇ, ਤੇ ਅਸੀਂ ਉਹਦੇ ਕੋਲੋਂ ਰਿਕਵਰੀ ਆਏਗੀ ਤਾਂ ਹੀ ਅਸੀਂ ਆਪਣੇ ਖਰਚੇ ਮੀਟ ਆਊਟ ਕਰ ਸਕਾਂਗੇ ਨਾ। ਇਸ ਕਰਕੇ ਉਹ ਸਰਕਾਰ ਦਾ ਮੁੱਦਾ ਤੇ ਹੈਗਾ ਹੀ ਹੈ, ਲੇਕਿਨ ਉਹ ਮੁੱਦਾ ਆਮ ਜਨਤਾ ਦਾ। ਅਸੀਂ ਇਸ ਕਰਕੇ ਆਮ ਜਨਤਾ ਨੂੰ ਵੀ ਜਾਗਰੂਕ ਕਰਦੇ ਹਾਂ ਕਿ ਤਾਂ ਕਿ ਪਬਲਿਕ ਦਾ ਓਪੀਨੀਅਨ ਵੀ ਇਹਦੇ ਵਿੱਚ ਗੌਰਮੈਂਟ ਦੇ ਅਗੇਂਸਟ ਬਣੇ ਕਿ ਸਾਡਾ ਪੈਸਾ ਜਿੱਥੇ ਇਨਵੋਲਵ ਹੈ ਉੱਥੇ ਅਸੀਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਘਰ ਕਿਉਂ ਭਰ ਰਹੇ ਹਾਂ।
ਤਾਂ ਸਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਮੁੱਖ ਮੰਗਾਂ ਜਿਹੜੀਆਂ ਉਹ ਆਪਣੇ ਵੱਡੇ ਪੱਧਰ ਤੇ ਜਿਹੜਾ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾ ਰਿਹਾ, ਲੇਕਿਨ ਹੋਰ ਕਿਹੜੀਆਂ ਮੁੱਖ ਮੰਗਾਂ ਨੇ? ਇਹ ਤਾਂ ਇੱਕ ਕਾਰਪੋਰੇਟ ਘਰਾਣੇ ਤੁਸੀਂ ਗੱਲ ਦੱਸਦੀ, ਹੋਰ ਕੀ ਹੈ ਤੁਹਾਡੀ ਡਿਮਾਂਡ? ਸਾਥੀਓ, ਇਹਦੇ ਨਾਲ ਸਾਡੀਆਂ ਜਿਹੜੀਆਂ ਦੂਸਰੀਆਂ ਡਿਮਾਂਡ ਹੈ, ਬੈਂਕਾਂ ਦੇ ਵਿੱਚ ਤੁਸੀਂ ਦੇਖਿਆ ਕਿ ਲਗਾਤਾਰ ਡਿਪੋਜ਼ਿਟ ਦਾ ਰੇਟ ਘਟ ਰਿਹਾ, ਜਿਹੜਾ ਵਿਆਜ ਹੈ ਉਹ 5% ਰਹਿ ਗਿਆ। 1995 ਚ 13% ਸੀ। ਇਹ ਸਾਡੇ ਕਿਉਂਕਿ ਇੱਥੇ ਹਿੰਦੁਸਤਾਨ ਦੀ ਜਨਤਾ ਦੇ ਵਿੱਚ ਬੜੇ ਲੋਕ ਐਸੇ ਨੇ ਕਿ ਜਿਹੜੇ ਉਸ ਪੈਸੇ ਨਾਲ ਜਿਹੜੀ ਉਹਨਾਂ ਦੀ ਕਮਾਈ ਹੁੰਦੀ ਹੈ ਉਹਨੂੰ ਬੈਂਕਾਂ 'ਚ ਰੱਖ ਕੇ ਉਹਦੇ ਵਿਆਜ ਦੇ ਨਾਲ ਆਪਣਾ ਬਜ਼ੁਰਗ ਟਾਈਮ ਤੇ ਗੁਜ਼ਾਰਾ ਕਰਦੇ ਆ। ਜਿਹੜੀ ਉਹਨਾਂ ਦੀ ਇਨਕਮ 50% ਤੋਂ ਵੀ ਘਟ ਗਈ, ਇੱਕ ਪਾਸੇ ਉਹਨਾਂ ਨੂੰ ਮਹਿੰਗਾਈ ਮਾਰ ਰਹੀ ਹੈ, ਇੱਕ ਪਾਸੇ ਉਹਨਾਂ ਦੀ ਇਨਕਮ ਘਟ ਰਹੀ ਹੈ, ਤੇ ਉਹਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਇਨਕਮ ਲਗਾਤਾਰ ਘਟ ਰਹੀ ਹੈ, ਤੇ ਉਹ ਦੋਹਰੀ ਮਾਰ ਜਿਹੜੀ ਉਹ ਪੀਸੇ ਜਾ ਰਹੇ ਨੇ। ਤਾਂ ਸਰ ਕਿੰਨੇ ਦੇਰ ਤੋਂ ਜਿਹੜਾ ਤੁਸੀਂ ਡਿਮਾਂਡਸ ਕਰ ਰਹੇ ਹੋ ਸਰਕਾਰ ਦੇ ਕੋਲੋਂ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ? ਅਸੀਂ ਜਦੋਂ ਵੀ ਸਾਡੀ ਪੇਰੈਂਟ ਬੋਡੀ AIBA ਆਲ ਇੰਡੀਆ ਬੈਂਕ EMPLOYEE ਫੈਡਰੇਸ਼ਨ ਜਿਹੜੀ ਹੈ ਉਹ ਸਾਨੂੰ ਟਾਈਮ ਟੂ ਟਾਈਮ ਆਪਣੇ ਪ੍ਰੋਗਰਾਮ ਭੇਜਦੀ ਰਹਿੰਦੀ ਹੈ। ਉਹਦਾ ਇਹ ਪ੍ਰੋਗਰਾਮ ਸੀ ਅੱਜ ਜਿਹੜਾ ਸਰਵ ਵਿਆਪੀ ਆਲ ਓਵਰ ਇੰਡੀਆ ਦੀ ਜਿਹੜੀ ਅੱਜ ਹੜਤਾਲ ਚੱਲ ਰਹੀ, ਟ੍ਰੇਡ ਯੂਨੀਅਨ, ਸਾਰੀ ਟ੍ਰੇਡ ਯੂਨੀਅਨ, ਸੀ ਪੋਰਟਸ, ਏਅਰਪੋਰਟਸ, ਕੋਲ ਮਾਈਨਸ, ਆਇਰਨ ਔਰ ਮਾਈਨਸ, ਜਿੰਨੀਆਂ ਵੀ ਟ੍ਰੇਡ ਯੂਨੀਅਨ ਦਾ ਸਾਰੀਆਂ ਅੱਜ ਹੜਤਾਲ ਨੇ। ਲਗਭਗ 25 ਕਰੋੜ ਵਰਕਰ ਅੱਜ ਆਲ ਓਵਰ ਇੰਡੀਆ ਹੜਤਾਲ ਤੇ ਹੈ। ਇੰਡੀਆ ਤਕਰੀਬਨ ਲਗਭਗ ਠੱਪ ਹੈ। ਜੋ ਵੀ ਸਾਡੀ ਯੂਨੀਅਨ ਦਾ ਸਾਨੂੰ ਮਾਰਗਦਰਸ਼ਕ ਆਉਂਦਾ ਵਾ ਉਹ ਟਾਈਮ ਟੂ ਟਾਈਮ ਅਸੀਂ ਕਰਦੇ ਰਹਿੰਦੇ ਹਾਂ। ਔਰ ਸਾਨੂੰ ਇਹ ਬੈਂਕਸ ਬੰਦ ਰੱਖੇ, ਬੈਂਕ ਅੱਜ ਬਿਲਕੁਲ ਬੰਦ ਨੇ ਜੀ। ਆਲ ਓਵਰ ਇੰਡੀਆ ਸਾਰੇ ਬੈਂਕ ਕਰਮੀ ਅੱਜ ਸੜਕਾਂ ਤੇ ਨੇ, ਬੈਂਕ ਟੋਟਲ ਬੰਦ ਹੈ। ਸਾਡੀ ਇਹ ਗੌਰਮੈਂਟ ਨੂੰ ਚੇਤਾਵਨੀ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਸੀ ਉਹਨਾਂ ਨੂੰ ਲਿਸਟ ਕਰਕੇ ਦੇ ਦਿੱਤੀਆਂ, ਅਖਬਾਰਾਂ 'ਚ ਰੋਜ਼ ਆ ਰਹੀਆਂ। ਜੇ ਉਹਨਾਂ ਨੇ ਨਹੀਂ ਮੰਨੀਆਂ ਤੇ ਜੋ AIB ਇਸ ਤੋਂ ਅਗਾਂਹ ਵੀ ਸਾਨੂੰ ਜੋ ਪ੍ਰੋਗਰਾਮ ਦੇਗੀ ਉਸੇ ਤਰ੍ਹਾਂ ਹੀ ਸੜਕਾਂ ਤੇ ਆਵਾਂਗੇ, ਐਜੀਟੇਸ਼ਨ ਕਰਾਂਗੇ, ਸਟ੍ਰਾਈਕਾਂ ਕਰਾਂਗੇ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀਆਂ ਨਹੀਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਪ੍ਰਦਰਸ਼ਨ ਜਾਰੀ ਰੱਖੋਗੇ? ਜੀ ਇਹ ਪ੍ਰਦਰਸ਼ਨ ਇਸੇ ਤਰੀਕੇ ਨਾਲ ਹੀ ਜਾਰੀ ਰਹੇਗਾ। ਇਹ ਇੱਕ ਦਿਨ ਦੀ ਹੜਤਾਲ ਸੀ। ਜੇ ਗੌਰਮੈਂਟ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਜੋ ਸਾਨੂੰ ਤੋਂ ਪੇਰੈਂਟ ਬੋਡੀ ਤੋਂ ਸਾਨੂੰ ਹੁਕਮ ਆਏਗਾ ਉਸ ਤਰ੍ਹਾਂ ਹੀ ਅਸੀਂ ਇੱਕ ਜਾਂ 2 ਦਿਨ ਦੀ ਜਾਂ 3 ਦਿਨ ਦੀ ਜਿੰਨੀਆਂ ਵੀ ਹੜਤਾਲ ਹੋ ਕਹੇਗੀ ਉਸ ਹਿਸਾਬ ਨਾਲ ਅਸੀਂ ਹੜਤਾਲਾਂ ਅੱਗੇ ਤੋਂ ਵੀ ਕਰਦੇ ਰਹਾਂਗੇ। ਸਰ ਤੁਹਾਨੂੰ ਨਹੀਂ ਲੱਗਦਾ ਕਿ ਹੜਤਾਲ ਕਰਨ ਦੇ ਨਾਲ ਵੀ ਤੇ ਖਾਸਾ ਨੁਕਸਾਨ ਹੋ ਹੀ ਜਾਏਗਾ, ਕਿਉਂਕਿ ਆਮ ਵਰਗ ਜਿਹੜਾ ਹੈ ਉਹ ਬੈਂਕ ਜੇ ਅਗਰ ਛੁੱਟੀ ਹੋਏਗੀ ਤਾਂ ਫਿਰ ਕਿਸ ਤਰ੍ਹਾਂ ਕੰਮ ਚੱਲੇਗਾ? ਜੋ ਬੈਂਕਿੰਗ ਇੰਡਸਟਰੀ ਵਿੱਚ ਜਦੋਂ ਇਹ ਗੌਰਮੈਂਟ ਨੇ ਟੇਕ ਓਵਰ ਕੀਤਾ ਸੀ ਤੇ ਸਾਡੀ ਯੂਨੀਅਨ ਨਾਲ ਇੱਕ ਫੈਸਲਾ ਹੋਇਆ ਸੀ ਵੀ ਨੋ ਵਰਕ ਨੋ ਪੇ। ਜਦੋਂ ਅਸੀਂ ਸਟ੍ਰਾਈਕ ਤੇ ਜਾਂਦੇ ਸਾਨੂੰ ਤਨਖਾਹ ਉਸ ਦਿਨ ਦੀ ਤਨਖਾਹ ਕੱਟ ਦਿੱਤੀ ਜਾਂਦੀ ਹੈ। ਸਾਨੂੰ ਸ਼ੌਂਕ ਨਹੀਂ ਹੈ, ਕਿਉਂਕਿ ਜਦੋਂ ਸਾਨੂੰ ਦੁਬਿਆ ਜਾਂਦਾ, ਕੁਚਲਿਆ ਜਾਂਦਾ, ਸਾਡੇ ਹੱਕਾਂ ਨੂੰ ਮਾਰਿਆ ਜਾਂਦਾ, ਉਦੋਂ ਸਾਡੇ ਕੋਲ ਇਹੋ ਇੱਕ ਮਜਬੂਰੀ ਹੁੰਦੀ ਹੈ, ਇਹੋ ਇੱਕ ਹਥਿਆਰ ਹੁੰਦਾ ਕਿ ਅਸੀਂ ਆਪਣੀ ਤਨਖਾਹ ਘਟਾ ਕੇ ਸਟ੍ਰਾਈਕ ਕਰਕੇ ਸੜਕਾਂ ਤੇ ਆਈਏ। ਔਰ ਅੱਜ ਤੱਕ ਜਿੰਨੀ ਵਾਰੀ ਵੀ ਜਦੋਂ ਦੀ 93 ਦੀ ਨੈਸ਼ਨਲਾਈਜੇਸ਼ਨ ਹੋਈ ਹੈ, 76 ਦੀ ਨੈਸ਼ਨਲਾਈਜੇਸ਼ਨ ਹੋਈ ਹੈ, ਅਸੀਂ ਜਦੋਂ ਵੀ ਸਟ੍ਰਾਈਕਾਂ ਕੀਤੀਆਂ ਨੇ ਔਰ ਸਾਨੂੰ ਆਪਣੇ ਮੁਕਾਮ ਹਾਸਲ ਹੋਏ ਨੇ। ਇਸ ਕਰਕੇ ਜਿਹੜਾ ਸਾਡੇ ਕੋਲ ਹਥਿਆਰ ਹੈ ਬੜਾ ਤਗੜਾ ਹੈ। ਅਸੀਂ ਸਾਰਿਆਂ ਨੂੰ, ਅਸੀਂ ਪਬਲਿਕ ਨੂੰ ਵੀ ਅਗਾਹ ਕਰਦੇ ਹਾਂ ਤੇ ਗੌਰਮੈਂਟ ਨੂੰ ਵੀ ਅਗਾਹ ਕਰਦੇ ਹਾਂ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਹੋ ਸਕਦਾ ਇਹ ਹੋਰ ਵੀ ਔਰਤ ਰੂਪ ਲਿੱਤਾ ਜਾਵੇ। ਬਿਲਕੁਲ, ਅਸੀਂ ਤੁਹਾਨੂੰ ਵਿਲੱਖਣ ਇੱਕ ਤਸਵੀਰ ਜਿਹੜੀ ਦਿਖਾਈ ਹੈ ਕਿ ਜਿੱਥੇ ਇੱਕ ਵੱਡੇ ਪੱਧਰ ਦੇ ਉੱਤੇ ਲੋਕ ਇੱਕ ਪਾਸੇ ਧਰਨਾ ਪ੍ਰਦਰਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ ਕਰਦੇ ਨੇ, ਦੂਸਰੇ ਪਾਸੇ ਅਗਰ ਕਿਸਾਨਾਂ ਦੀ ਗੱਲ ਕੀਤੀ ਜਾਵੇ, ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਨੇ। ਤੇ ਇੱਕ AIBA ਜਿਹੜੀ ਸੰਸਥਾ ਹੈ ਉਸ ਦੇ ਵੱਲੋਂ ਇੱਕ ਵੱਡੇ ਪੱਧਰ ਦੇ ਉੱਤੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ। ਸਰਕਾਰ ਤੋਂ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ, ਤਾਂ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਦੇ ਵੱਲੋਂ ਜਿਹੜਾ ਇਹ ਸੰਘਰਸ਼ ਵਿੰਡਿਆ ਗਿਆ ਹੈ ਉਹ ਹੋਰ ਇਹਨਾਂ ਵੱਲੋਂ ਤਿੱਖਾ ਕੀਤਾ ਜਾਏਗਾ। ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ नहीं। वीडियो जर्नलिस्ट मनोज भगत नाल विशाल शर्मा, लाइव भारत, अमृतसर। एक बार जो मैंने कमिटमेंट कर दी तो फिर मैं अपने आप की भी नहीं सुनता। पहचाना बिल्कुल जी बिल्कुल है ने जेपी सिंह कैंब्रिज इंटरनेशनल अकैडमी वाले जो है कहते ने वो करके दिखाते ने, अपना कीता होया हर वादा निभाते ने। 1 2 3 4 नहीं बल्कि वीज़िया दे ढेर लवाते ने ते हुण वीज़िया दे ढेर लगन लई तैयार हो जावे मालवा, क्योंकि जेपी सिंह खुद आ रहे ने हुण मालवे दी धरती ते हर शनिवार मोगा। जेकर तुसी भी पढ़न लई जाना चाहते हो विदेश तो मिलना ना भुलना, क्योंकि जेकर तुहाडी प्रोफाइल देख के जेपी सिंह ने कमिटमेंट कर दी तो समझो तुहाडा वीजा पक्का ही है। फिर नोट कर लो, जेपी सिंह मिलणगे हर शनिवार 21 नवंबर तो मोगा दे बिग बैन होटल दे विच नियर बस स्टैंड।